तेरे कवण कवण गुण कह कह गावां। तू साहिब गुणी निधाना। तुमरी महिमा वर्ण न साकों। तू ठाकुर ऊच भगवाना। धन वाहिगुरु साहिब जीओ। सलोक जी जंत के ठाकुरा। आपे वर्तनहार। नानक एको पसरिया। दूजा कह दृष्टार। अष्टपदी आप कथै आप सुनने हारा। आपै एक आप विस्तार। आप कथै आप सुनने हार। आपै एक आप विस्तार। जा तिस भावै ता सृष्ट उपाए। अपने भाणे ले समाए। तुम ते बिन नहीं किश होए। आपन सूत सब जगत परोए। जाको प्रभु जियो आप बुझाए। सच नाम सोई जन पाए। सो समदर्शी तत् का बेता। नानक सगल सृष्ट का जेता। जी जंतर सब ताकै हाथ। दीन दयाल अनाथ को नाथ। जिस राखै तिस कोय न मारै। सो मुआ इस मनो बिसारै। तिस तज अबर कहाँ को जाए। सब सिर एक निरंजन राय। जी की जुगत जाकै सब हाथ। अंतर बाहर जानो साथ। गुण निदान बेअंत अपार। नानक दास सदा बलिहार। पूरन पूर रहे दयाल। सब ऊपर होबत कृपाल। अपने करतब जाने आप। अंतर जामी रहो बेआप। परतपालै जियन बहु भांत। जो जो रचयो सो तिसै त्यात। जिस पावै तिस लय लड़ लय मिलाए। भगत करे हर के गुण गाए। मन अंतर विश्वास कर मानिया। करनहार नानक एक जानिया। जन लागा हर एक नाए। तिसकी आस न बिरथी जाए। सेवक सेवा बन आई। हुक्म बूझ परम पद पाई। इसते ऊपर नहीं विचार। जाके मन बसिया निरंकार। बंधन तोर पए निर्वैर। आन दिन पूजै गुर के पैर।
ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਬਹੁਤ ਹੀ ਵਡਭਾਗੇ ਹਾਂ ਜੋ ਕਿ ਰੋਜ਼ਾਨਾ ਲੜੀਵਾਰ ਕਥਾ ਵਿਚਾਰ ਦੇ ਨਾਲ ਜੁੜਦੇ ਹਾਂ। ਲੜੀਵਾਰ ਚੱਲ ਰਹੀ ਕਥਾ ਵਿਚਾਰ ਗੌੜੀ ਸੁਖਮਣੀ ਮਹੱਲਾ ਪੰਜਵਾ, ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ 292, ਲੜੀਵਾਰ 22 ਨੰਬਰ ਅਸ਼ਟਪਦੀ ਦੀ ਵਿਚਾਰ ਸ਼ੁਰੂ ਹੋਣ ਲੱਗੀ ਹੈ ਜੀ ਅੱਜ। ਆਓ ਗੁਰਮੁਖੋ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਸਾਰੀ ਸੰਗਤ ਦੋਵੇਂ ਹੱਥ ਜੋੜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਚਮ ਪਾਤਸ਼ਾਹ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਅੱਜ ਦੇ ਸ਼ਲੋਕ ਰਾਹੀਂ ਕਹਿ ਰਹੇ ਨੇ, ਜੀ ਜੰਤ ਕੇ ਠਾਕੁਰਾ ਆਪੇ ਬਰਤਨਹਾਰ, ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਪਾਤਸ਼ਾਹ ਜੀ ਇਸ ਪਾਵਨ ਪਵਿੱਤਰ ਸ਼ਲੋਕ ਅੰਦਰ ਕਹਿ ਰਹੇ ਨੇ, ਹੇ ਜੀਆਂ ਜਨਤਾਂ ਦੇ ਪਾਲਣ ਵਾਲੇ ਪ੍ਰਭੂ, ਤੂੰ ਸਭ ਥਾਈਂ ਵਰਤ ਰਹੇ ਹੈ। ਹੇ ਨਾਨਕ ਪ੍ਰਭੂ ਆਪ ਹੀ ਸਭ ਥਾਈਂ ਮੌਜੂਦ ਹੈ, ਉਸ ਤੋਂ ਬਿਨਾ ਦੂਜਾ ਕਿੱਥੇ ਵੇਖਣ ਆਇਆ ਹੈ। ਇੱਥੇ ਅਖਰੀ ਅਰਥਾਂ ਵਿੱਚ ਇਹ ਗੱਲ ਕਹਿ ਰਹੇ ਨੇ ਮਹਾਰਾਜ। ਪਾਤਸ਼ਾਹ ਜੀ ਕਹਿ ਰਹੇ ਨੇ, ਸੰਸਾਰ ਉੱਤੇ ਜਿੰਨਾ ਵੀ ਪਸਾਰਾ, ਜਿੰਨੇ ਵੀ ਜੀਵ ਜੰਤੂ ਨੇ, ਤੂੰ ਸਭ, ਠਾਕੁਰ ਦਾ ਅਰਥ ਹੁੰਦਾ ਜੀ ਮਾਲਕ, ਸਾਡਾ ਸਾਰਿਆਂ ਦਾ ਮਾਲਕ, ਸਾਰਿਆਂ ਦਾ ਰਾਖਾ ਪ੍ਰਤਪਾਲਕ ਇੱਕ ਪਰਮਾਤਮਾ ਵਾਹਿਗੁਰੂ ਹੈ। ਅੱਗੇ ਮਹਾਰਾਜ ਕਹਿੰਦੇ ਆਪੇ ਵਰਤਨਹਾਰ। ਸਤਿਗੁਰੂ ਮਹਾਰਾਜ ਕਹਿੰਦੇ ਸਾਰੀਆਂ ਥਾਵਾਂ ਤੇ ਵਰਤ ਰਿਹਾ ਉਹ। ਜਿੰਨਾ ਆਪਾਂ ਇਹ ਪਸਾਰਾ ਵੇਖਦੇ ਆ ਨਾ, ਕੁਦਰਤ ਦਾ, ਰੱਬ ਦਾ, ਵਾਹਿਗੁਰੂ ਦਾ, ਸਾਰੇ ਪਸਾਰੇ ਅੰਦਰ ਮੌਜੂਦ ਹੈ। ਗੁਰੂ ਸਾਹਿਬ ਦਾ ਬਚਨ ਪੜ੍ਹਦੇ ਆ, ਜਲ ਥਲ ਮਹੀਅਲ ਪੂਰਿਆ ਸੁਆਮੀ ਸਿਰਜਣਹਾਰ, ਅਨੇਕ ਭਾਂਤ ਕਰ ਪਸਰਿਆ। ਅਨੇਕਾਂ ਤਰੀਕਿਆਂ ਨਾਲ, ਅਨੇਕਾਂ ਭਾਂਤ ਨਾਲ ਪਾਤਸ਼ਾਹ ਜੀ ਕਹਿੰਦੇ ਉਹ ਪਸਰਿਆ ਹੋਇਆ। ਕਿੱਥੇ? ਕੁਦਰਤ ਅੰਦਰ, ਸੰਸਾਰ ਅੰਦਰ। ਜੀ ਜੰਤ ਕੇ ਠਾਕੁਰਾ ਆਪੇ ਵਰਤਨਹਾਰ, ਆਪ ਹੀ ਤੂੰ ਇੱਥੇ ਵਰਤ ਰਿਹਾ, ਸਭ ਦੇ ਮਾਲਕ ਵਾਹਿਗੁਰੂ, ਸਭ ਦੇ ਠਾਕੁਰ। ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ। ਇਹ ਜਿੰਨਾ ਵੀ ਪਸਾਰਾ ਅਸੀਂ ਵੇਖ ਰਹੇ ਹਾਂ ਨਾ, ਇਹ ਸਾਰੇ ਪਸਾਰੇ ਦੇ ਅੰਦਰ ਇੱਕ ਪ੍ਰਮਾਤਮਾ ਮੌਜੂਦ ਹੈ, ਦੂਜਾ ਕੋਈ ਨਹੀਂ ਹੈ। ਬਹੁਤ ਵਾਰ ਇਸ ਵਿਸ਼ੇ ਤੇ ਆਪਾਂ ਗੱਲ ਕੀਤੀ ਹੈ। ਪਾਤਸ਼ਾਹ ਜੀ ਕਹਿੰਦੇ ਸੰਸਾਰ ਅੰਦਰ ਪਸਰਿਆ ਹੋਇਆ ਬੈਠਾ ਕੇਵਲ ਇੱਕ ਪ੍ਰਮਾਤਮਾ, ਦੂਜਾ ਨਹੀਂ ਕੋਈ। ਹੁਣ ਦੁਨੀਆ ਸੰਸਾਰ ਵੱਲ ਝਾਤ ਮਾਰ ਕੇ ਵੇਖੋ, ਅਸੀਂ ਕਿੰਨਾ ਕੁਝ ਕਰਦੇ ਫਿਰਦੇ ਹਾਂ। ਗੁਰਬਾਣੀ ਇਹ ਗੱਲ ਕਹਿੰਦੀ ਵੀ ਦੂਜੀ ਕੋਈ ਸ਼ੈ ਰੱਬ ਤੋਂ ਬਿਨਾਂ ਹੈ ਨਹੀਂ, ਪਰ ਅਸੀਂ ਕਿੰਨਿਆਂ ਨੂੰ ਮਨਾਉਂਦੇ ਹਾਂ, ਕਿੰਨਿਆਂ ਨੂੰ ਪੂਜਦੇ ਹਾਂ। ਖਸਮ ਛੋੜ ਦੂਜੇ ਲੱਗੇ ਡੂਬੇ ਸੇ ਬਣ ਜਾ ਰਹੇ ਆ। ਇੱਕ ਮਾਲਕ ਨੂੰ ਛੱਡਣ ਵਾਲਾ ਸਤਿਗੁਰੂ ਜੀ ਕਹਿੰਦੇ ਡੁੱਬ ਜਾਂਦਾ। ਅੱਗੇ ਅਸ਼ਟਪਦੀ ਅੰਦਰ ਕਹਿ ਰਹੇ ਨੇ ਮਹਾਰਾਜ, ਆਪ ਕਥੈ ਆਪ ਸੁਨਨੇ ਹਾਰ, ਆਪੈ ਏਕ ਆਪ ਵਿਸਥਾਰ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜੀ, ਕਥੇ ਦਾ ਅਰਥ ਆ ਉਹ ਬੋਲਦਾ ਹੈ, ਕਥਦਾ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਕਹਿ ਰਹੇ ਨੇ, ਸਭ ਜੀਵਾਂ ਦੇ ਵਿੱਚ ਪ੍ਰਭੂ ਆਪ ਬੋਲ ਰਿਹਾ। ਸਾਡੇ ਅੰਦਰ ਬੈਠਾ ਕੌਣ ਬੋਲਦਾ? ਪਰਮਾਤਮਾ ਵਾਹਿਗੁਰੂ। ਪਰਮਾਤਮਾ ਦੇ ਆਸਰੇ ਦੁਆਰਾ, ਪਰਮਾਤਮਾ ਦੇ ਬਲ ਦੁਆਰਾ ਅਸੀਂ ਤੁਰੇ ਫਿਰਦੇ ਹਾਂ, ਬੋਲ ਰਹੇ ਹਾਂ, ਵੇਖ ਰਹੇ ਹਾਂ, ਸੁਣ ਰਹੇ ਹਾਂ, ਕੰਮ ਕਾਜ ਕਰ ਰਹੇ ਹਾਂ।
ਸਭ ਤੋਂ ਵੱਡਾ ਬਲ ਕਿਹਦਾ? ਪ੍ਰਮਾਤਮਾ ਦਾ। ਗੁਰੂ ਅਰਜਨ ਸਾਹਿਬ ਜੀ ਕਹਿ ਰਹੇ ਨੇ, ਆਪ ਕਥੈ ਆਪ ਸੁਨਨੇ ਹਾਰ, ਆਪੈ ਏਕ ਆਪ ਵਿਸਤਾਰ। ਸਤਿਗੁਰੂ ਮਹਾਰਾਜ ਕਹਿ ਰਹੇ ਨੇ ਇਸ ਪਾਵਨ ਪਵਿੱਤਰ ਬਚਨ ਅੰਦਰ ਜੀ, ਸ੍ਰਿਸ਼ਟੀ ਰਚਣ ਤੋਂ ਪਹਿਲਾਂ ਤੇ ਆਪ ਹੀ ਜਗਤ ਵਿੱਚ ਆਪਣੇ ਵਿੱਚ ਸਮੇਟ ਲੈਂਦਾ ਹੈ। ਸਾਰੇ ਕਿਤੇ ਵਸਿਆ ਹੋਇਆ ਆਪ ਹੀ ਹੈ। ਆਪੈ ਏਕ ਆਪੈ ਵਿਸਥਾਰ। ਇੱਕ ਪ੍ਰਮਾਤਮਾ ਦਾ ਵਿਸਥਾਰਾ ਹੀ ਬਹੁਤ ਵੱਡਾ ਹੈ। ਆ ਜਿੰਨਾ ਵੀ ਵਿਸਥਾਰ ਆ ਉਸ ਰੱਬ ਦਾ। ਜਾਤ ਸੁਭਾਵ ਹੈ ਤਾਂ ਸ੍ਰਿਸ਼ਟ ਉਪਾਏ, ਆਪਣੇ ਭਾਣੇ ਲਏ ਸਮਾਏ। ਪਾਤਸ਼ਾਹ ਜੀ ਕਹਿ ਰਹੇ ਨੇ, ਜੇ ਉਹਨੂੰ ਭਾਵੇ, ਜੇ ਉਹਨੂੰ ਚੰਗਾ ਲੱਗੇ, ਜਾਤ ਸੁਭਾਵ ਹੈ ਤਾਂ ਸ੍ਰਿਸ਼ਟ ਉਪਾਏ, ਸ੍ਰਿਸ਼ਟੀ ਨੂੰ ਪੈਦਾ ਕਰ ਦਿੱਤਾ, ਆਪਣੇ ਭਾਣੇ ਲਏ ਸਮਾਏ। ਭਾਣੇ ਵਿੱਚ ਹੀ ਫਿਰ ਸਮਾ ਲੈਂਦਾ, ਪੈਦਾ ਕਰਕੇ ਆਪਣੇ ਅੰਦਰ ਹੀ ਫਿਰ ਸਮਾ ਲੈਂਦਾ। ਤੁਮ ਤੇ ਭਿੰਨ ਨਹੀਂ ਕਿਛ ਹੋਏ, ਆਪਨ ਸੂਤ ਸਭ ਜਗਤ ਪਰੋਏ। ਰੱਬ ਜੀ, ਵਾਹਿਗੁਰੂ ਜੀ, ਤੇਰੇ ਤੋਂ ਵੱਖਰਾ ਕੋਈ ਨਹੀਂ ਹੈ, ਤੇਰੇ ਤੋਂ ਵੱਖਰਾ ਕੁਝ ਨਹੀਂ ਦਿਸਦਾ। ਤੂੰ ਆਪਣੇ ਹੁਕਮ ਰੂਪੀ ਧਾਗੇ ਦੇ ਵਿੱਚ ਸਾਰੇ ਜਗਤ ਨੂੰ ਪਰੋ ਕੇ ਰੱਖਿਆ ਹੋਇਆ। ਜਿਵੇਂ ਇੱਕ ਧਾਗੇ ਦੇ ਵਿੱਚ ਮਣਕਿਆਂ ਨੂੰ ਪਰੋਇਆ ਜਾਂਦਾ ਹੈ, ਇੱਕ ਧਾਗਾ ਕਿੰਨੇ ਮਣਕਿਆਂ ਨੂੰ ਆਪਣੇ ਨਾਲ ਪਰੋ ਲੈਂਦਾ। ਹੁਕਮ ਰੂਪੀ ਧਾਗੇ ਦੇ ਵਿੱਚ ਸਤਿਗੁਰੂ ਜੀ ਕਹਿ ਰਹੇ ਨੇ, ਸਾਰੇ ਜੀਵ, ਸਾਰਾ ਸੰਸਾਰ, ਇਹ ਕੁਦਰਤ, ਏਡਾ ਵੱਡਾ ਪਸਾਰਾ ਪਰਮਾਤਮਾ ਦਾ ਪਰੋਇਆ ਹੋਇਆ ਹੈ, ਤੇਰੇ ਤੋਂ ਵੱਖਰਾ ਨਹੀਂ ਵਾਹਿਗੁਰੂ ਜੀ। ਆਪਨ ਸੂਤ ਸਭ ਜਗਤ ਪਰੋਏ। ਅੱਗੇ ਮਹਾਰਾਜ ਕਹਿ ਰਹੇ ਨੇ, ਜਾ ਕੋ ਪ੍ਰਭ ਜੀਓ ਆਪ ਬੁਝਾਏ, ਜਿਹਦੇ ਉੱਤੇ ਕਿਰਪਾ ਕਰਕੇ, ਸੂਝ ਦੇ ਕੇ, ਸਮਝ ਦੇ ਕੇ ਪਰਮਾਤਮਾ ਨੇ ਸਮਝਾ ਦਿੱਤਾ, ਬੁਝਾ ਦਿੱਤਾ। ਸੱਚ ਨਾਮ ਸੋਈ ਜਨ ਪਾਏ, ਉਹ ਮਾਲਕ ਦਾ ਸੱਚਾ ਨਾਮ ਪ੍ਰਾਪਤ ਕਰ ਲੈਂਦਾ, ਪਾ ਲੈਂਦਾ। ਸੋ ਸਮਦਰਸੀ ਤਤ ਕਾ ਬੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ। ਸਤਿਗੁਰੂ ਜੀ ਕਹਿ ਰਹੇ ਨੇ ਜੀ ਇਸ ਪੰਕਤੀ ਅੰਦਰ, ਪਾਤਸ਼ਾਹ ਜੀ ਕਹਿ ਰਹੇ ਨੇ, ਉਹ ਮਨੁੱਖ ਸਭ ਕੁਝ, ਸਭ ਨੂੰ ਇੱਕ ਨਜ਼ਰ ਨਾਲ ਵੇਖਣ ਵਾਲਾ, ਜਿਹਦੇ ਉੱਤੇ ਮਾਲਕ ਕਿਰਪਾ ਕਰਦਾ, ਰਹਿਮਤ ਕਰਦਾ, ਉਹ ਮਨੁੱਖ ਸਭ ਵੱਲ ਇੱਕ ਨਜ਼ਰ ਨਾਲ ਤੱਕਦਾ ਹੈ। ਅਕਾਲ ਪੁਰਖ ਦਾ ਮੁਹਰਮ ਹੋ ਜਾਂਦਾ ਹੈ, ਸੇਵਕ ਹੋ ਜਾਂਦਾ ਹੈ। ਹੇ ਨਾਨਕ, ਉਹ ਸਾਰੇ ਜਗਤ ਦਾ ਜਿੱਤਣ ਵਾਲਾ ਹੈ। ਪਾਤਸ਼ਾਹ ਜੀ ਕਹਿ ਰਹੇ ਨੇ, ਸੋ ਸਮਦਰਸੀ ਤਤ ਕਾ ਬੇਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ। ਮਹਾਰਾਜ ਕਹਿ ਰਹੇ ਨੇ ਇਸ ਪੰਕਤੀ ਦੇ ਅੰਦਰ, ਜਿਨੇ ਇਸ ਪਸਾਰੇ ਨੂੰ, ਦੁਨੀਆ ਨੂੰ, ਸੰਸਾਰ ਨੂੰ ਇੱਕ ਅੱਖ ਨਾਲ ਵੇਖ ਲਿਆ। ਇੱਕ ਅੱਖ ਨਾਲ ਵੇਖਣ ਦਾ ਅਰਥ ਕੀ ਹੁੰਦਾ ਜੀ? ਇਕਸਾਰ, ਕਿਸੇ ਨੂੰ ਵੱਡਾ ਛੋਟਾ ਨਾ ਸਮਝਣਾ, ਸਭ ਨੂੰ ਬਰਾਬਰ ਸਮਝਣਾ। ਉਹ ਪਰਮਾਤਮਾ ਦਾ ਸੇਵਕ ਬਣ ਜਾਂਦਾ ਹੈ। ਅੱਗੇ ਮਹਾਰਾਜ ਸਮਝਾ ਰਹੇ ਨੇ ਜੀ ਅਗਲੀ ਬੰਦ ਅੰਦਰ, ਪਾਤਸ਼ਾਹ ਜੀ ਕਹਿ ਰਹੇ ਨੇ, ਜੀ ਜੰਤਰ ਸਭ ਤਾਂ ਕੇ ਹਾਥ, ਦੀਨ ਦਿਆਲ ਅਨਾਥ ਕੋ ਨਾਥ। ਸਾਰੇ ਜੀਵ ਜੰਤ ਉਸ ਪ੍ਰਭੂ ਦੇ ਵੱਸ ਵਿੱਚ ਨੇ, ਹੱਥ ਵਿੱਚ ਨੇ। ਉਹ ਦੀਨਾਂ ਉੱਤੇ ਦਇਆ ਕਰਨ ਵਾਲਾ, ਅਨਾਥਾਂ ਦਾ ਮਾਲਕ ਹੈ। ਜੀ ਜੰਤਰ ਸਭ ਤਾਂ ਕੇ ਹਾਥ, ਦੀਨ ਦਿਆਲ, ਦੀਨਾਂ ਉੱਤੇ ਦਇਆ ਕਰਨ ਵਾਲਾ, ਜਿਹਨੂੰ ਆਪਾਂ ਕਹਿੰਦੇ ਨਿਮਾਣਿਆਂ ਦਾ ਮਾਣ, ਤਾਣਿਆਂ ਦਾ ਤਾਣ। ਅੱਗੇ ਮਹਾਰਾਜ ਕਹਿੰਦੇ, ਅਨਾਥ ਕੋ ਨਾਥ। ਅਨਾਥ ਕੌਣ ਹੁੰਦਾ? ਜਿਹਦਾ ਕੋਈ ਵੀ ਨਹੀਂ। ਉਹ ਤਾਂ ਅਨਾਥ ਦਾ ਵੀ ਹੈ ਰੱਬ, ਜਿਹਦਾ ਕੋਈ ਨਹੀਂ ਹੁੰਦਾ ਨਾ, ਉਹਦਾ ਮਾਲਕ ਹੈ ਪ੍ਰਮਾਤਮਾ। ਜਿਸ ਰਾਖੈ ਤਿਸ ਕੋਏ ਨਾ ਮਾਰੈ, ਸੋ ਮੂਆ ਜਿਸ ਮਨੋਂ ਵਿਸਾਰੈ। ਮਹਾਰਾਜ ਕਹਿ ਰਹੇ ਨੇ, ਜਿਹਦੇ ਉੱਤੇ ਰਹਿਮਤ ਕਰ ਦਿੰਦਾ, ਕਿਰਪਾ ਕਰ ਦਿੰਦਾ, ਉਸ ਮਨੁੱਖ ਨੂੰ ਕੋਈ ਵੀ ਮਾਰ ਨਹੀਂ ਸਕਦਾ। ਨਾ ਉਹ ਮਨੁੱਖ ਵਿਕਾਰਾਂ ਦੀ ਮਾਰ ਮਰਦਾ, ਨਾ ਆਤਮਕ ਮੌਤ ਮਰਦਾ। ਮੋਇਆ ਹੋਇਆ ਉਹ ਜੀਵ ਜਿਸ ਪ੍ਰਭੂ ਨੂੰ ਭੁਲਾ ਦਿੰਦਾ ਹੈ। ਪਾਤਸ਼ਾਹ ਜੀ ਕਹਿ ਰਹੇ ਨੇ, ਸੋ ਮੂਆ ਜਿਸ ਮਨੋਂ ਵਿਸਾਰੈ। ਪਰ ਅੰਤ ਵੇਲੇ ਕਈ ਵਾਰ ਸਤਿਗੁਰੂ ਜੀ ਕਹਿੰਦੇ, ਆਤਮਿਕ ਤੌਰ ਤੇ ਜ਼ਮੀਰ ਕਰਕੇ ਜਦੋਂ ਮਰਦਾ ਨਾ, ਰੱਬ ਨੂੰ ਭੁਲਾ ਦਿੰਦਾ, ਮਰ ਜਾਂਦਾ।
तिस तज अवर कहाँ को जाए, सब ऊपर एक निरंजन राए। इस एडे ਵੱਡੇ सोहने परमात्मा ਨੂੰ मालक ਨੂੰ ਛੱਡ के ਅਸੀਂ ਦੂਜੇ ਕੋਲ ਕਿਉਂ ਜਾਈਏ, ਦੂਜੀ ਥਾਂ ਤੇ ਕਿਉਂ ਜਾਈਏ। ਸਭ ਸਿਰ ਏਕ ਨਿਰੰਜਨ ਰਾਏ, ਕਿਉਂਕਿ ਸਾਰਿਆਂ ਦੇ ਸਿਰ ਦਾ ਸਾਈਂ, ਸਾਰਿਆਂ ਦੇ ਸਿਰ ਦਾ ਰਾਖਾ, ਮਾਇਆ ਦੀ ਕਾਲਕ ਤੋਂ ਰਹਿਤ ਇੱਕ ਪ੍ਰਮਾਤਮਾ ਹੀ ਹੈ, ਵਾਹਿਗੁਰੂ ਹੈ। ਜੀ ਕੀ ਜੁਗਤ ਜਾਕੈ ਸਭ ਹਾਥ, ਅੰਤਰਵਾਰ ਜਾਨੋ ਸਾਥ। ਪਾਤਸ਼ਾਹ ਜੀ ਕਹਿ ਰਹੇ ਨੇ ਸਭ ਜੀਵਾਂ ਦੀਆਂ ਜੁਗਤੀਆਂ ਨੂੰ ਜਾਣਨ ਵਾਲਾ ਵੀ ਉਹ ਆਪ ਹੀ ਹੈ, ਸਭ ਕੁਝ ਉਹਦੇ ਹੱਥ ਵਿੱਚ। ਅੰਤਰਵਾਰ ਜਾਨੋ ਸਾਥ, ਐਸੇ ਰੱਬ ਨੂੰ, ਐਸੇ ਵਾਹਿਗੁਰੂ ਨੂੰ ਅੰਦਰ ਵੀ ਤੇ ਬਾਹਰ ਵੀ ਆਪਣੇ ਨਾਲ ਜਾਣੋ, ਆਪਣੇ ਨਾਲ ਸਾਥ ਸਮਝੋ। ਅੱਗੇ ਸਤਿਗੁਰੂ ਮਹਾਰਾਜ ਕਹਿ ਰਹੇ ਨੇ ਜੀ ਅਗਲੀ ਪੰਕਤੀ ਅੰਦਰ, ਗੁਣ ਨਿਧਾਨ ਬੇਅੰਤ ਅਪਾਰ, ਨਾਨਕ ਦਾਸ ਸਦਾ ਬਲਿਹਾਰ। ਗੁਣਾਂ ਦਾ ਖਜ਼ਾਨਾ ਬੇਅੰਤ ਹੈ ਜੋ, ਅਪਾਰ ਹੈ ਜੋ, ਨਾਨਕ ਦਾਸ ਸਦਾ ਬਲਿਹਾਰ। ਸਤਿਗੁਰੂ ਮਹਾਰਾਜ ਕਹਿੰਦੇ ਐਸੇ ਗੁਣਾਂ ਦੇ ਖਜ਼ਾਨੇ ਤੋਂ, ਐਸੇ ਗੁਣਾਂ ਦੇ ਪ੍ਰਭੂ ਤੋਂ ਨਾਨਕ ਦਾਸ ਸਦਾ ਬਲਿਹਾਰ। ਸਦਕੇ ਜਾਈਏ, ਕੁਰਬਾਨ ਜਾਈਏ, ਤੇਰਾ ਨਾਨਕ ਵੀ ਤੇ ਤੋਂ ਕੁਰਬਾਨ ਜਾਂਦਾ ਹੈ। ਅੱਗੇ ਮਹਾਰਾਜ ਕਹਿ ਰਹੇ ਨੇ ਜੀ, ਪੂਰਨ ਪੂਰ ਰਹੇ ਦਇਆਲਾ, ਸਭ ਉੱਪਰ ਹੋਵਤ ਕਿਰਪਾਲਾ। ਪੂਰਨ ਦਾ ਅਰਥ ਹੁੰਦਾ ਜੀ ਪੂਰਾ। ਸਤਿਗੁਰੂ ਮਹਾਰਾਜ ਕਹਿ ਰਹੇ ਨੇ ਦਇਆ ਦਾ ਘਰ ਪ੍ਰਭੂ ਸਭ ਥਾਈਂ ਭਰਪੂਰ ਹੈ, ਉਸ ਪੂਰਾ ਹੈ ਜੀ ਸਭ ਥਾਵਾਂ ਤੇ। ਸਭ ਉੱਪਰ ਹੋਵਤ ਕਿਰਪਾਲਾ, ਉਹ ਸਾਰਿਆਂ ਤੇ ਕਿਰਪਾ ਕਰਦਾ, ਕਿਰਪਾਲੂ ਹੁੰਦਾ, ਦਿਆਲੂ ਹੁੰਦਾ। ਆਪਣੇ ਕਰਤੱਵ ਜਾਣੈ ਆਪ, ਅੰਤਰਜਾਮੀ ਰਹਿਓ ਬਿਆਪ। ਆਪਣੇ ਕਰਤੱਵ, ਆਪਣਾ ਖੇਲ ਤਮਾਸ਼ਾ ਸਭ ਕੁਝ ਆਪ ਜਾਣਦਾ ਹੈ। ਜੋ ਜੋ ਜੀਵ ਉਸ ਨੂੰ ਉਸਨੇ ਪੈਦਾ ਕੀਤੇ ਨੇ ਅਤੇ ਉਹ ਜੀਵ ਉਹਨੂੰ ਸਿਮਰਦੇ ਨੇ, ਯਾਦ ਕਰਦੇ ਨੇ। ਅੰਤਰਜਾਮੀ ਰਹਿਓ ਵਿਆਪ, ਪ੍ਰਤਪਾਲੈ ਜੀ ਅਨੁਭਵ ਭਾਂਤ, ਜੋ ਜੋ ਰਚਿਓ ਸੋ ਤਿਸੈ ਧਿਆਤ। ਸਭ ਦੀ ਪ੍ਰਤਪਾਲਣਾ ਕਰਨ ਵਾਲਾ, ਸਭ ਜੀਆਂ ਦਾ ਮਾਲਕ, ਜੋ ਜੋ ਰਚਿਓ ਸੋ ਤਿਸੈ ਧਿਆਤ। ਜੋ ਨੇ ਰਚ ਦਿੱਤਾ, ਜੋ ਨੇ ਬਣਾ ਦਿੱਤਾ, ਮਹਾਰਾਜ ਕਹਿੰਦੇ ਉਹ ਰੱਬ ਨੂੰ ਧਿਆ ਰਹੇ ਨੇ, ਚੇਤੇ ਕਰ ਰਹੇ ਨੇ। ਜਿਸ ਭਾਵੈ ਤਿਸ ਲਏ ਮਿਲਾਏ। ਜੇ ਪਰਮਾਤਮਾ ਨੂੰ ਭਾ ਜਾਵੇ, ਜਿਸ ਭਾਵੈ ਤਿਸ ਲਏ ਮਿਲਾਏ, ਭਗਤ ਕਰੇ ਹਰ ਕੇ ਗੁਣ ਗਾਏ। ਰੱਬ ਦੀ ਭਗਤੀ, ਰੱਬ ਦੀ ਵਡਿਆਈ ਉਹਦੇ ਗੁਣ ਗਾ ਕੇ ਹੁੰਦੀ ਹੈ। ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨਹਾਰ ਨਾਨਕ ਇੱਕ ਜਾਣਿਆ। ਜਦੋਂ ਮਨ ਦੇ ਅੰਦਰ, ਹੇ ਨਾਨਕ, ਜਿਸ ਮਨੁੱਖ ਦੇ ਮਨ ਅੰਦਰ ਸ਼ਰਧਾ ਵੱਜ ਗਈ, ਵਿਸ਼ਵਾਸ ਵੱਜ ਗਿਆ, ਵਿਸ਼ਵਾਸ ਧਾਰ ਕੇ ਸ਼ਰਧਾ ਨਾਲ ਸੱਚਮੁੱਚ ਉਹ ਹੋਂਦ ਵਾਲਾ ਉਹਨੇ ਮੰਨ ਲਿਆ, ਸਮਝ ਲਿਆ, ਉਸਨੇ ਉਸ ਇੱਕ ਕਰਤਾਰ ਨੂੰ ਪਛਾਣ ਲਿਆ, ਰੱਬ ਨੂੰ ਪਛਾਣ ਲਿਆ। ਮਹਾਰਾਜ ਕਹਿ ਰਹੇ ਨੇ ਜੀ, ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨਹਾਰ ਨਾਨਕ ਇੱਕ ਜਾਣਿਆ। ਜੋ ਸਭ ਕੁਝ ਕਰਨ ਵਾਲਾ ਹੈ। ਕਿਵੇਂ ਜਾਣਿਆ? ਮਨ ਦੇ ਅੰਦਰ ਪੂਰਨ ਭਰੋਸਾ ਬਣਾ ਕੇ, ਮਨ ਦੇ ਅੰਦਰ ਪੂਰਨ ਵਿਸ਼ਵਾਸ ਬਣਾ ਕੇ। ਅੱਗੇ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਜੀ, ਜਨ ਲਾਗਾ ਹਰ ਏਕੈ ਨਾਏ, ਤਿਸ ਕੀ ਆਸ ਨ ਬਿਰਥੀ ਜਾਏ। ਸਤਿਗੁਰੂ ਮਹਾਰਾਜ ਇਸ ਪੰਕਤੀ ਅੰਦਰ ਕਹਿ ਰਹੇ ਨੇ ਜੀ, ਤੇਰਾ ਜਨ ਲਾਗਾ ਹਰ ਏਕੈ ਨਾਏ, ਇੱਕ ਨਾਮ ਦੇ ਨਾਲ ਲੱਗ ਗਿਆ। ਤਿਸ ਕੀ ਆਸ ਨਾ ਬਿਰਥੀ ਜਾਏ, ਉਹਦੀ ਆਸ ਕਦੇ ਬਿਰਥੀ ਨਹੀਂ ਜਾਂਦੀ। ਜਿਹੜਾ ਮਨੁੱਖ ਇੱਕ ਨਾਮ ਨਾਲ ਲੱਗ ਜਾਂਦਾ, ਇੱਕ ਪ੍ਰਮਾਤਮਾ ਨੂੰ ਧਿਆਉਂਦਾ, ਚੇਤੇ ਕਰਦਾ, ਯਾਦ ਕਰਦਾ, ਉਹਦੀ ਆਸ ਕਦੇ ਵਿਅਰਥ ਨਹੀਂ ਜਾਂਦੀ, ਉਹ ਕਦੇ ਖਾਲੀ ਨਹੀਂ ਮੁੜਦਾ। ਸੇਵਕ ਕਉ ਸੇਵਾ ਬਨਿਆਈ, ਹੁਕਮ ਬੂਝ ਪਰਮ ਪਦ ਪਾਈ। ਸਤਿਗੁਰੂ ਮਹਾਰਾਜ ਕਹਿ ਰਹੇ ਨੇ, ਸੇਵਕ ਨੂੰ ਇਹ ਫਬਦਾ ਹੈ ਕਿ ਸਭ ਦੀ ਉਹ ਸੇਵਾ ਕਰੇ, ਪ੍ਰਭੂ ਦੀ ਰਜ਼ਾ ਸਮਝ ਕੇ ਉਸ ਨੂੰ ਉੱਚਾ ਦਰਜਾ ਮਿਲ ਜਾਂਦਾ ਹੈ। ਸੇਵਕ ਹੁੰਦਾ ਨਾ, ਸੇਵਕ ਦਾ ਕਿਸੇ ਨਾਲ ਵੈਰ ਵਿਰੋਧ ਨਹੀਂ ਹੁੰਦਾ।
ਜਿਹਨੇ ਸੇਵਾ ਕਰਨੀ ਹੈ ਉਹ ਇਹ ਨਹੀਂ ਵਿਖਦਾ ਵੀ ਇਹ ਵੱਡਾ ਛੋਟਾ ਉੱਚਾ ਨੀਵਾਂ, ਉਹਦੇ ਅੰਦਰ ਇਹ ਸਾਰਾ ਕੁਝ ਖਤਮ ਹੋ ਜਾਂਦਾ ਹੈ। ਉਹਨੂੰ ਇੱਕੋ ਚੀਜ਼ ਵਿਖਦੀ ਹੈ ਸਾਰਿਆਂ ਅੰਦਰ, ਇਨਸਾਨੀਅਤ। ਇਨਸਾਨੀਅਤ ਨੂੰ ਸਮਝਦਿਆਂ ਹੋਇਆਂ ਗੁਰੂ ਸਾਹਿਬ ਦੀ ਬਾਣੀ ਵੀ ਇਹ ਆਪਾਂ ਨੂੰ ਗੱਲ ਸਮਝਾਉਂਦੀ ਹੈ ਜੀ, ਇਨਸਾਨੀਅਤ ਸਭ ਤੋਂ ਵੱਡਾ ਧਰਮ ਹੈ। ਜਿਸ ਬੰਦੇ ਨੇ ਇਨਸਾਨੀਅਤ ਨੂੰ ਸਮਝ ਲਿਆ ਨਾ, ਉਹ ਸਭ ਤੋਂ ਵੱਡਾ ਸੇਵਾਦਾਰ ਹੈ। ਉਹਦੇ ਅੰਦਰੋਂ ਵੈਰ ਵਿਰੋਧ ਈਰਖਾ ਸਭ ਕੁਝ ਖਤਮ ਹੋ ਗਿਆ। ਇਨਸਾਨੀਅਤ ਨੂੰ ਸਮਝ ਕੇ ਉਹਨੇ ਜ਼ਿੰਦਗੀ ਦਾ ਮਾਰਗ ਪਾ ਲਿਆ, ਰਸਤਾ ਪਾ ਲਿਆ। ਅੱਗੇ ਸਤਿਗੁਰੂ ਮਹਾਰਾਜ ਕਹਿ ਰਹੇ ਨੇ, ਪਾਤਸ਼ਾਹ ਜੀ ਸਮਝਾ ਰਹੇ ਨੇ, ਸੇਵਕ ਕੋ ਸੇਵਾ ਬਨਿਆਈ, ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉੱਪਰ ਨਹੀਂ ਵਿਚਾਰ, ਜਾਕੈ ਮਨ ਬਸਿਆ ਨਿਰੰਕਾਰ। ਇਹਦੇ ਉੱਪਰੋਂ, ਇਸ ਤੋਂ ਉੱਪਰ ਸਤਿਗੁਰੂ ਮਹਾਰਾਜ ਕਹਿ ਰਹੇ ਨੇ, ਜਿਨ੍ਹਾਂ ਦੇ ਮਨ ਵਿੱਚ ਅਕਾਲ ਪੁਰਖ ਆ ਕੇ ਵਸਦਾ ਹੈ ਨਾ, ਉਹਨਾਂ ਨੂੰ ਇਸ ਨਾਮ ਸਿਮਰਨ ਤੋਂ ਵੱਡਾ ਹੋਰ ਕੋਈ ਵਿਚਾਰ ਨਹੀਂ ਸੁਝਦਾ। ਜਿਹਦੇ ਅੰਦਰ ਪਾਤਸ਼ਾਹ ਜੀ ਕਹਿ ਰਹੇ ਨੇ, ਇਸ ਉੱਪਰ, ਇਸ ਤੇ ਉੱਪਰ ਨਹੀਂ ਵਿਚਾਰ, ਜਾਕੈ ਮਨ ਬਸਿਆ ਨਿਰੰਕਾਰ। ਬੰਧਨ ਤੋਰ ਭਏ ਨਿਰਵੈਰ, ਅਨ ਦਿਨ ਪੂਜੈ ਗੁਰ ਕੇ ਪੈਰ। ਬੰਧਨ ਟੁੱਟ ਗਏ ਨੇ, ਬੰਧਨਾਂ ਤੋਂ ਖਲਾਸੀ ਹੋ ਗਈ ਹੈ। ਅਸੀਂ ਹਰ ਵੇਲੇ ਗੁਰੂ ਦੇ ਪੈਰਾਂ ਨੂੰ ਪੂਜਦੇ ਹਾਂ। ਗੁਰੂ ਦੇ ਪੈਰ ਕਿਹੜੇ ਨੇ ਜੀ? ਸ਼ਬਦ, ਗਿਆਨ, ਅਕਲ, ਸਮਝ। ਹੁਣ ਗੁਰੂ ਦੇ ਪੈਰ, ਜੇ ਆਪਾਂ ਕਹੀਏ ਦੁਨਿਆਵੀ ਤੌਰ ਤੇ ਕਿਸੇ ਪੈਰਾਂ ਦੀ, ਨਾ ਨਾ, ਮਹਾਰਾਜ ਨੇ ਸ਼ਬਦ ਦੀ ਗੱਲ ਕੀਤੀ, ਗਿਆਨ ਦੀ ਗੱਲ ਕੀਤੀ ਹੈ। ਅੱਗੇ ਮਹਾਰਾਜ ਕਹਿ ਰਹੇ ਨੇ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਪਾਤਸ਼ਾਹ ਜੀ ਕਹਿੰਦੇ, ਜਿਸ ਮਨੁੱਖ ਇਸ ਜਨਮ ਵਿੱਚ, ਉਹ ਮਨੁੱਖ ਇਸ ਜਨਮ ਦੇ ਵਿੱਚ ਸੁਖੀ ਹਨ ਤੇ ਪ੍ਰਲੋਕ ਵਿੱਚ ਵੀ ਸੌਖੇ ਹੋ ਜਾਂਦੇ ਹਨ। ਹੇ ਨਾਨਕ, ਪ੍ਰਭੂ ਆਪ ਹੀ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਜਿਨ੍ਹਾਂ ਦੇ ਮਾਇਆ ਦੇ ਬੰਧਨ ਟੁੱਟ ਜਾਂਦੇ ਨੇ, ਮਾਇਆ ਦੇ ਬੰਧਨਾਂ ਤੋਂ ਖਲਾਸੀ ਹੋ ਜਾਂਦੀ ਹੈ, ਜੋ ਸਤਿਗੁਰੂ ਮਹਾਰਾਜ ਨਾਲ ਜੁੜ ਜਾਂਦੇ ਨੇ, ਉਹਨਾਂ ਦਾ ਲੋਕ ਅਤੇ ਪ੍ਰਲੋਕ ਸਵਰ ਜਾਂਦਾ। ਗੁਰੂ ਕਿਰਪਾ ਕਰੇ ਜੀ। ਆਪਾਂ ਲੜੀਵਾਰ 22 ਨੰਬਰ ਅਸ਼ਟਪਦੀ ਦੀ ਵਿਚਾਰ ਕਰ ਰਹੇ ਸੀ। ਸਤਿਗੁਰੂ ਮਹਾਰਾਜ ਨੇ ਇਸ ਅਸ਼ਟਪਦੀ ਦੇ ਅੰਦਰ ਉਸ ਮਾਲਕ ਦੇ ਪਰਥਾਏ, ਰੱਬ ਦੇ ਪਰਥਾਏ ਦੱਸਿਆ, ਜੋ ਸਭ ਦੀ ਪ੍ਰਤਪਾਲਨਾ ਕਰਦਾ ਹੈ। ਸਭ ਦਾ ਮਾਲਕ ਠਾਕੁਰ ਇੱਕ ਹੈ। ਆਓ ਗੁਰਮੁਖੋ, ਲੜੀਵਾਰ ਜਿਹੜੀ ਵਿਚਾਰ ਚੱਲ ਰਹੀ ਹੈ, ਇਤਿਹਾਸਕ ਵਿਚਾਰ, ਪਿਛਲੇ ਦੀਵਾਨਾਂ ਵਿੱਚ ਆਪਾਂ ਗੱਲ ਕਰਕੇ ਆਏ ਸੀ 3 ਭਰਾਵਾਂ ਬਾਰੇ, ਚੌਧਰੀ, ਲਖਮੀਰ, ਸ਼ਮੀਰ ਤੇ ਤਖਤ ਮੱਲ, ਜਿਨ੍ਹਾਂ ਨੇ ਗੁਰੂ ਦੀ ਅਥਾਹ ਸੇਵਾ ਕੀਤੀ, ਆਪਣੇ ਘਰ ਵਿੱਚ ਰੱਖਿਆ ਗੁਰੂ ਸਾਹਿਬ ਨੂੰ। ਬੜੇ ਦਬਕੇ ਦਿੱਤੇ ਗਏ, ਡਰਾਵੇ ਦਿੱਤੇ ਗਏ, ਬੜੀਆਂ ਚਿੱਠੀ ਪੱਤਰ ਆਉਂਦੇ ਨੇ, ਤੁਸੀਂ ਗੁਰੂ ਨੂੰ ਗ੍ਰਿਫਤਾਰ ਕਰਵਾ ਦਿਓ, ਪਰ ਨਹੀਂ। ਉਹਨਾਂ ਦੀ ਸੇਵਾ, ਉਹਨਾਂ ਦਾ